ਨਾਮ ਦੱਸ ਕੇ ਜਥੇਬੰਦੀਆਂ ਨਾਮ ਦੱਸ ਕੇ ਉਹਨਾਂ ਦੇ ਬਾਰੇ ਦੱਸੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬੀਬੀ ਮਨਿੰਦਰ ਕੌਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ। ਅੱਜ ਜਿਹੜੇ ਆਪਾਂ ਵਿਰੋਧ ਪ੍ਰਦਰਸ਼ਨ ਨਾਲ ਉਹਦੇ ਬਾਰੇ ਕੁਝ ਦੱਸੋ। ਅਫਗਾਨਿਸਤਾਨ ਦਾ ਜਿਹੜਾ ਹਮਲਾ ਹੋਇਆ ਹਾਂਜੀ, ਵੇਖੋ ਜੀ, ਅਫਗਾਨਿਸਤਾਨ ਦੇ ਵਿੱਚ ਜਿਹੜਾ ਹਮਲਾ ਆ ਬਹੁਤ ਹੀ ਨਿੰਦਣਯੋਗ ਹਮਲਾ ਆ। ਇਹ ਇੱਕ ਸੋਚੀ ਸਮਝੀ ਇੰਟੈਲੀਜੈਂਸੀਆਂ ਦੀ, ਭਾਰਤੀ ਇੰਟੈਲੀਜੈਂਸੀਆਂ ਦੀ ਇਹ ਸਾਜ਼ਿਸ਼ ਆ ਜੋ ਕਿ ਹਿੰਦੂ ਤੇ ਸਿੱਖ ਵਿੱਚ ਪਾੜ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆਰਐਸਐਸ ਮੋਦੀ ਸਰਕਾਰ ਵੱਲੋਂ। ਕਿਉਂਕਿ ਜਦੋਂ 370 ਧਾਰਾ ਇਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਲਾਈ ਸੀ ਤੇ ਉਹਨਾਂ ਦੇ ਹੱਕ ਵਿੱਚ ਕੋਈ ਨਹੀਂ ਸੀ ਬੋਲਿਆ, ਸਿਰਫ ਇੱਕ ਸਿੱਖ ਕੌਮ ਹੀ ਬੋਲੀ ਸੀਗੀ। ਸੋ ਜਿਹੜਾ ਵੀ ਮੁਹੰਮਦ ਸਾਹਿਬ ਬਾਰੇ ਉਸ ਬੀਬੀ ਨੇ ਬੀਜੇਪੀ ਦੇ ਬੀਬੀ ਨੇ ਜਿਹੜਾ ਬਿਆਨ ਦਿੱਤਾ ਆ ਮੁਹੰਮਦ ਸਾਹਿਬ ਬਾਰੇ, ਅਸੀਂ ਉਹਦੀ ਵੀ ਨਿੰਦਾ ਕਰਦੇ ਹਾਂ ਕਿਉਂਕਿ ਸਿੱਖ ਕਦੀ ਵੀ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰਦਾ, ਪਰ ਸਿੱਖ ਨੂੰ ਹਮੇਸ਼ਾ ਹੀ ਟਾਰਗੇਟ ਕੀਤਾ ਜਾਂਦਾ ਹੈ। ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੋਦੀ ਸਰਕਾਰ ਨੂੰ, ਆਰਐਸਐਸ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਿੱਖਾਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਨਾ ਕਰੋ। ਅਸੀਂ ਉਹ ਆ, ਅਸੀਂ ਹਰੀ ਸਿੰਘ ਨਲੂਏ ਦੇ ਵਾਰਸ ਆ ਜਿਨ੍ਹਾਂ ਨੇ ਅਫਗਾਨਿਸਤਾਨ ਤੱਕ ਰਾਜ ਕੀਤਾ ਸੀਗਾ। ਸਿੱਖ ਕੌਮ ਅੱਜ ਤੱਕ ਜਿੱਥੇ ਵੀ ਕੋਈ ਆਫਤ ਆਈ ਹੈ, ਚਾਹੇ ਰਸ਼ੀਆ ਵਾ ਚਾਹੇ ਇਜ਼ਰਾਈਲ ਹੈ, ਜਿੱਥੇ ਵੀ ਕੋਈ ਆਫਤ ਆਈ ਹੈ, ਸਿੱਖ ਕੌਮ ਨੇ ਅੱਗੇ ਜਾ ਕੇ ਬੜੇ ਸੁਚੱਜੇ ਢੰਗ ਦੇ ਨਾਲ ਮਨੁੱਖਤਾ ਦੀ ਸੇਵਾ ਕੀਤੀ ਹੈ। ਕਰੋਨਾ ਦੇ ਵਿੱਚ ਵੀ ਸਿੱਖ ਕੌਮ ਅੱਗੇ ਤੋਂ ਆਣ ਕੇ ਸਾਰੇ, ਜਦੋਂ ਕਿ ਮੰਦਿਰ ਵੀ ਬੰਦ ਹੋ ਗਏ ਸੀਗੇ, ਮਸਜਿਦ ਵੀ ਬੰਦ ਹੋ ਗਈ ਸੀ, ਸਾਰੇ ਬੰਦ ਹੋ ਗਏ ਸੀ। ਇੱਕ ਗੁਰੂ ਘਰ, ਗੁਰਦੁਆਰੇ ਸਾਹਿਬ ਇੱਕ ਇਹੋ ਜਿਹਾ ਸਥਾਨ ਸੀ ਵੀ ਗੁਰੂ ਦੇ ਸਿੱਖ ਜਿਹੜੇ ਅੱਗੇ ਆਣ ਕੇ ਕਰੋਨੇ ਦੀਆਂ ਲਾਸ਼ਾਂ ਅਸੀਂ ਆਪਣੇ ਹੱਥੀਂ ਚੁੱਕ ਕੇ ਸੰਸਕਾਰ ਕੀਤੇ ਨੇ। ਲੋਕ ਉਹਨਾਂ ਦੇ ਦਿਨਾਂ ਵਿੱਚ ਅੰਦਰੋਂ ਬਾਹਰ ਨਹੀਂ ਸੀ ਨਿਕਲਦੇ। ਅਸੀਂ ਕਰੋਨੇ ਟਾਈਮ ਦੇ ਵਿੱਚ ਵੀ ਜਾ ਕੇ ਅੱਗੇ ਸੇਵਾ ਕੀਤੀਆਂ ਨੇ। ਸੋ ਮੈਂ ਇਹੀ ਅਪੀਲ ਕਰਦੀ ਕਿ ਬਹੁਤ ਹੀ ਨਿੰਦਣਯੋਗ ਇਹ ਘਟਨਾ ਆ ਤੇ ਇਹਨਾਂ ਚੀਜ਼ਾਂ ਨੂੰ ਤੋਂ ਇਹ ਜਿਹੜੀਆਂ ਏਜੰਸੀਆਂ ਨੇ ਇਹ ਬਾਜ਼ ਆਉਣ, ਨਹੀਂ ਤੇ ਫਿਰ ਸਾਨੂੰ ਮਜਬੂਰਨ ਮੁੜ ਕੇ ਸਾਨੂੰ ਅੱਤਵਾਦੀ ਵੱਖਵਾਦੀ ਕਹਿਣਾ ਇਹ ਸ਼ੁਰੂ ਕਰ ਦਿੰਦੇ ਨੇ। ਫਿਰ ਜਿੱਦਣ ਸਿੱਖ ਆਪਣੀ ਆਈ ਤੇ ਆ ਗਿਆ ਫਿਰ ਅਸੀਂ ਵੀ ਕਿਸੇ ਦਾ ਲਿਹਾਜ਼ ਨਹੀਂ ਲਵਾਂਗੇ। ਵਾਹਿਗੁਰੂ ਜੀ ਕੀ ਫਤਿਹ। ਕੁਝ ਦਿਨ ਪਹਿਲਾਂ ਕਾਬੁਲ ਵਿਖੇ ਗੁਰਦੁਆਰਾ ਸਾਹਿਬ ਦੇ ਉੱਤੇ ਦਹਿਸ਼ਤਗਰਦਾਂ ਨੇ ਇੱਕ ਹਮਲਾ ਕੀਤਾ ਔਰ ਉੱਥੇ ਬਹੁਤ ਸਾਰੇ ਬੰਬ ਧਮਾਕੇ ਵੀ ਕੀਤੇ ਗਏ ਔਰ ਕਈ ਘੰਟਿਆਂ ਤੱਕ ਉੱਥੇ ਗੋਲੀਬਾਰੀ ਚੱਲਦੀ ਰਹੀ। ਸਾਨੂੰ ਲੱਗਦਾ ਸੀਗਾ ਕਿ ਜਿਸ ਵੇਲੇ ਅਫਗਾਨਿਸਤਾਨ ਦੀ ਸਰਕਾਰ ਨਵੀਂ ਆਈ ਹੈ, ਤਾਲਿਬਾਨ ਸਰਕਾਰ, ਉਹਨਾਂ ਦੇ ਸੰਬੰਧ ਭਾਰਤ ਦੇ ਨਾਲ ਵੀ ਚੰਗੇ ਬਣ ਗਏ। ਸਾਨੂੰ ਇੱਕ ਉਮੀਦ ਜਾਗੀ ਸੀ ਮਾਈਨੋਰਿਟੀਜ਼ ਨੂੰ, ਵਿਸ਼ੇਸ਼ ਤੌਰ 'ਤੇ ਸਿੱਖਾਂ ਨੂੰ, ਕਿ ਇਸ ਨਵੀਂ ਸਰਕਾਰ ਦੇ ਆਉਣ ਦੇ ਬਾਅਦ ਸਿੱਖਾਂ ਉੱਤੇ ਅਤੇ ਗੁਰਦੁਆਰਿਆਂ ਦੇ ਉੱਤੇ ਹਮਲੇ ਹੋਣੇ ਬੰਦ ਹੋ ਜਾਣਗੇ। ਲੇਕਿਨ ਐਸਾ ਹੋਇਆ ਨਹੀਂ। 18 ਤਰੀਕ ਨੂੰ ਜਿਹੜਾ ਹਮਲਾ ਹੋਇਆ ਹੈ, ਉਸ ਹਮਲੇ ਨੇ ਪੂਰੇ ਸੰਸਾਰ ਦੇ ਸਿੱਖਾਂ ਦੇ ਹਿਰਦਿਆਂ ਨੂੰ ਬਹੁਤ ਵੱਡੀ ਸੱਟ ਮਾਰੀ ਹੈ। ਔਰ ਸਾਨੂੰ ਇੱਦਾਂ ਲੱਗਦਾ ਹੈ ਕਿ ਕਦੀ ਇਹ ਹਮਲੇ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਕਤਲ ਕਰਕੇ ਕੀਤੇ ਜਾਂਦੇ ਨੇ, ਕਦੀ ਅਫਗਾਨਿਸਤਾਨ ਵਿੱਚ ਕੀਤੇ ਜਾਂਦੇ ਨੇ। ਔਰ ਕਿਧਰੇ ਨਾ ਕਿਧਰੇ ਇੱਦਾਂ ਲੱਗਦਾ ਹੈ ਕਿ ਜੋ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਇੱਕ ਸਾਂਝ ਇਤਿਹਾਸਿਕ ਤੌਰ ਤੇ ਵੀ ਹੈ ਤੇ ਅੱਜ ਬਦਲਦੇ ਹਾਲਾਤਾਂ ਦੇ ਵਿੱਚ ਉਹ ਸਾਂਝ ਨੇ ਇੱਕ ਨਵਾਂ ਚੰਗਾ ਰੂਪ ਧਾਰਨ ਕਰ ਲਿਆ ਹੈ। ਉਸ ਸਾਂਝ ਨੂੰ ਤੋੜਨ ਵਾਸਤੇ ਕਿਧਰੇ ਨਾ ਕਿਧਰੇ ਭਾਰਤ ਸਰਕਾਰ ਕੋਈ ਨਾ ਕੋਈ ਸ਼ਰਾਰਤਾਂ ਵੀ ਕਰ ਰਹੀ ਹੈ। ਸਾਨੂੰ ਇੱਦਾਂ ਲੱਗਦਾ ਹੈ ਕਿ ਜਿਹੜੇ ਇਹ ਹਮਲੇ ਕਰਾਏ ਜਾ ਰਹੇ ਨੇ, ਇਹਦੇ ਪਿੱਛੇ ਕੋਈ ਨਾ ਕੋਈ ਸਿਆਸੀ ਕਾਰਨ ਵੀ ਨੇ। ਹੋਰ ਭਾਰਤ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਜਦ ਪਾਕਿਸਤਾਨ ਦੇ ਨਾਲ ਅਤੇ ਅਫਗਾਨਿਸਤਾਨ ਦੇ ਨਾਲ ਉਹਨਾਂ ਦੇ ਡਿਪਲੋਮੈਟਿਕ ਰਿਲੇਸ਼ਨਸ ਬੜੇ ਚੰਗੇ ਨੇ, ਤਾਂ ਕਿਉਂ ਨਹੀਂ ਭਾਰਤ ਸਰਕਾਰ ਨੇ ਹੁਣ ਤੱਕ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਕਾਰਾਂ ਨਾਲ ਤਾਲਮੇਲ ਕਰਕੇ ਸਿੱਖਾਂ ਦੇ ਗੁਰਦੁਆਰਿਆਂ ਅਤੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਕੋਈ ਜਿਹੜੇ ਉਚਿਤ ਕਦਮ ਚੁੱਕਣੇ ਚਾਹੀਦੇ, ਯੋਗ ਕਦਮ ਚੁੱਕਣੇ ਚਾਹੀਦੇ ਸੀਗੇ, ਹੁਣ ਤੱਕ ਕਿਉਂ ਨਹੀਂ ਚੁੱਕੇ ਗਏ। ਅਸੀਂ ਇਸ ਸੰਬੰਧ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਅਫਗਾਨਿਸਤਾਨ ਨੂੰ ਇੱਕ ਚਿੱਠੀ ਲਿਖੀ ਹੈ ਔਰ ਉਹ ਚਿੱਠੀ ਅਸੀਂ ਇੰਗਲਿਸ਼ ਦੇ ਵਿੱਚ ਲਿਖੀ ਹੈ, ਜਿਹੜੀ ਕਿ ਚਿੱਠੀ ਅੱਜ ਅਸੀਂ ਦਿੱਲੀ ਦੇ ਵਿੱਚ ਅਫਗਾਨਿਸਤਾਨ ਦੀ ਜੋ ਅੰਬੈਸੀ ਹੈ ਉਹਨਾਂ ਨੂੰ ਇਹ ਚਿੱਠੀ ਅਸੀਂ ਮੇਲ ਕਰ ਦਿਆਂਗੇ। ਉਹਨਾਂ ਦੇ ਪ੍ਰਿੰਟ ਆਊਟ ਥੋੜ੍ਹੀ ਦੇਰ ਤੱਕ ਤੁਹਾਨੂੰ ਅਸੀਂ ਦਿਖਾ ਦਿਆਂਗੇ, ਤੁਹਾਨੂੰ ਵੀ ਵੰਡ ਦਿਆਂਗੇ। ਅਖਬਾਰਾਂ ਦੇ ਵਿੱਚ ਵੀ ਜਿਹੜਾ ਅਸੀਂ ਬਿਆਨ ਦਿਆਂਗੇ ਉਹ ਚਿੱਠੀ ਦਾ ਹਵਾਲਾ ਦੇ ਕੇ ਦਿੱਤੇ ਜਾਣਗੇ। ਅਸੀਂ ਪ੍ਰਧਾਨ ਮੰਤਰੀ ਨੂੰ ਇਹ ਗੱਲ ਸਪਸ਼ਟ ਕੀਤੀ ਹੈ ਕਿ ਸਿੱਖ ਕਿਹੜੇ ਪ੍ਰਧਾਨ ਮੰਤਰੀ ਅਫਗਾਨਿਸਤਾਨ ਦੇ
ਕਿਉਂ ਸਾਨੂੰ ਇਹ ਗੱਲ ਚਿੱਠੀ ਲਿਖਣੀ ਪਈ, ਮਜਬੂਰ ਕਿਉਂ ਹੋਣਾ ਪਿਆ? ਉਹਦੇ ਪਿੱਛੇ ਕਾਰਨ ਇਹ ਹੈਗਾ ਕਿ ਜਿਹੜੀ ਦਹਿਸ਼ਤਗਰਦ ਗਰੁੱਪ ਨੇ, ਇਸਲਾਮਿਕ ਸਟੇਟ ਦੇ ਦਹਿਸ਼ਤ ਗਰੁੱਪ ਨੇ ਜ਼ਿੰਮੇਵਾਰੀ ਚੁੱਕੀ ਹੈ ਕਿ ਵੀ ਅਸੀਂ ਇਹ ਹਮਲਾ ਕਿਉਂ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹਦੇ ਪਿੱਛੇ ਕਾਰਨ ਇਹ ਹੈਗਾ ਹੈ ਕਿ ਭਾਰਤ ਦੇ ਵਿੱਚ ਭਾਜਪਾ ਦੀ ਇੱਕ ਆਗੂ ਨੇ ਮੁਹੰਮਦ ਸਾਹਿਬ ਦੇ ਖਿਲਾਫ ਆਬਜੈਕਸ਼ਨੇਬਲ ਰਿਮਾਰਕਸ ਦਿੱਤੇ ਨੇ, ਜਦਕਿ ਉਹਨਾਂ ਰਿਮਾਰਕਸ ਦੇ ਨਾਲ ਸਿੱਖ ਕੌਮ ਦਾ, ਸਿੱਖ ਇੱਕ ਵੱਖਰੀ ਕੌਮ ਹੈ, ਸਾਡਾ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਸਾਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਸੰਦੇਸ਼ ਦਿੱਤਾ ਹੈ, ਉਪਦੇਸ਼ ਦਿੱਤਾ ਹੈ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਲਾ ਸ਼ਬਦ ਅਨੇਕਾਂ ਵਾਰ ਆਇਆ ਹੈ। ਕਹਿਣ ਤੋਂ ਭਾਵ ਇਹ ਹੈਗਾ ਹੈ ਅਸੀਂ ਕਿਸੇ ਵੀ ਧਰਮ ਦੇ ਕਿਸੇ ਵੀ ਸੰਤ ਬਾਰੇ, ਕਿਸੇ ਆਗੂ ਬਾਰੇ, ਕਿਸੇ ਪ੍ਰੋਫਿਟ ਬਾਰੇ ਕਦੀ ਵੀ ਕੋਈ ਗੱਲ ਐਸੀ ਨਹੀਂ ਕਹਿੰਦੇ, ਲੇਕਿਨ ਉੱਥੇ ਦੇ ਆਤੰਕਵਾਦੀਆਂ ਨੇ ਭਾਜਪਾ ਦੇ ਇੱਕ ਆਗੂ ਵੱਲੋਂ ਦਿੱਤੇ ਹੋਏ ਬਿਆਨਾਂ ਕਰਕੇ ਸਿੱਖ ਕੌਮ ਦੇ ਉੱਤੇ ਹਮਲਾ ਕਰਤਾ। ਭਾਵ ਕਹਿਣ ਦਾ ਕਿ ਅਸੀਂ ਇੱਥੇ ਵੀ ਮਾਰ ਖਾ ਰਹੇ ਹਾਂ, ਅਸੀਂ ਬਾਹਰ ਵੀ ਮਾਰ ਖਾ ਰਹੇ ਹਾਂ। ਅਫਗਾਨਿਸਤਾਨ 'ਚ ਹੀ ਮਾਰ ਖਾਧੀ, ਭਾਜਪਾ ਦੇ ਆਗੂਆਂ ਨੇ ਬਿਆਨ ਦਿੱਤਾ ਇੱਥੇ, ਤੇ ਇਸਲਾਮਿਕ ਕੰਟਰੀਜ਼ ਦੇ ਸਾਹਮਣੇ ਬਦਨਾਮ ਹੋ ਗਏ ਸਿੱਖ ਕਿ ਭਈ ਇਹਨਾਂ ਦੇ ਗੁਰਦੁਆਰਿਆਂ ਉੱਤੇ ਹਮਲਾ ਕਰੀਏ। ਸੋ ਕਹਿਣ ਤੋਂ ਹਰ ਵਾਰੀ ਕਹਿੰਦਾ ਬੇਇੱਜ਼ਤੀ ਹੋ ਰਹੀ ਹੈ ਜੀ, ਉਹਦੇ ਪਰ ਸਿੱਖਾਂ ਨੂੰ ਟੈਸਟ ਕਰਨਾ ਪੈ ਰਿਹਾ, ਕੋਈ ਹੱਲ ਨਹੀਂ ਹੋ ਰਿਹਾ। ਅਸੀਂ ਇਸੇ ਕਰਕੇ ਅੱਜ ਇੱਥੇ ਇਕੱਠੇ ਹੋਏ ਹਾਂ। ਸਾਡੀ ਚਿੱਠੀ ਲਿਖਣ ਦਾ ਅਫਗਾਨਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਾਰਨ ਹੀ ਇਹੋ ਹੈ ਕਿ ਉਹਨਾਂ ਨੂੰ ਅਸੀਂ ਇਹ ਬੇਨਤੀ ਕੀਤੀ, 4 ਗੱਲਾਂ ਉਹਨਾਂ ਨੂੰ ਕੀਤੀਆਂ ਨੇ ਅਸੀਂ ਬੇਨਤੀ ਕਰਕੇ। ਪਹਿਲੀ ਗੱਲ ਤਾਂ ਉਹਨਾਂ ਨੂੰ ਅਸੀਂ ਕਿਹਾ ਕਿ ਜਿਹੜਾ ਇਹ ਹਮਲਾ ਹੋਇਆ ਹੈ, ਇਸ ਹਮਲੇ ਦੀ ਸਾਜ਼ਿਸ਼ ਦੇ ਪਿੱਛੇ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਇਹ ਸਾਡੇ ਖਿਲਾਫ, ਸਿੱਖਾਂ ਦੇ ਖਿਲਾਫ ਉੱਥੇ ਦੇ ਦਹਿਸ਼ਤਗਰਦ ਇੰਨਾ ਜ਼ਹਿਰ ਕਿਉਂ ਉਗਲ ਰਹੇ ਨੇ। ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਬੇਨਤੀ ਹੈ ਕੀਤੀ ਹੈ ਇਨਵੈਸਟੀਗੇਸ਼ਨ ਕੀਤੀ ਜਾਏ। ਦੂਸਰੀ ਅਸੀਂ ਉਹਨਾਂ ਨੂੰ ਬੇਨਤੀ ਹੈ ਕੀਤੀ ਹੈ ਕਿ ਭਈ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨੀ, ਸੇਫਟੀ ਕਰਨੀ ਉਸ ਗੌਰਮੈਂਟ ਦਾ ਫਰਜ਼ ਬਣਦਾ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਇਹਦਾ ਸਾਡੀ ਸੁਰੱਖਿਆ ਕਰਨ। ਤੀਸਰੀ ਅਸੀਂ ਬੇਨਤੀ ਉਹਨਾਂ ਨੂੰ, ਅਫਗਾਨਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਇਹ ਕੀਤੀ ਹੈ ਕਿ ਇਹੋ ਜਿਹੇ ਹਮਲਿਆਂ ਨੂੰ ਰੋਕਣ ਵਾਸਤੇ ਕੋਈ ਇੱਕ ਐਸੀ ਯੋਜਨਾ ਬਣਾਈ ਜਾਵੇ ਜਿਹਦੇ ਨਾਲ ਕਿ ਇਹ ਹਮਲੇ ਜਿਹੜੇ ਨੇ ਦੁਬਾਰਾ ਕਦੀ ਵੀ ਨਾ ਹੋਣ। ਚੌਥੀ ਬੇਨਤੀ ਅਸੀਂ ਉਹਨਾਂ ਨੂੰ ਇਹ ਕੀਤੀ ਹੈ ਕਿ ਸਿੱਖਾਂ ਦਾ ਭਰੋਸਾ ਜਿੱਤਣ ਵਾਸਤੇ ਸਿੱਖਾਂ ਨੂੰ, ਜਿਹੜੇ ਅਫਗਾਨਿਸਤਾਨ ਦੇ ਸਿੱਖ ਨੇ, ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਕਿਉਂ? ਉਹਦਾ ਕਾਰਨ ਹੈ ਕਿ ਸਿੱਖਾਂ ਦਾ ਅਫਗਾਨਿਸਤਾਨ ਦੇ ਵਿੱਚ ਬਹੁਤ ਲੰਬਾ ਇੱਕ ਗਲੋਰੀਅਸ ਇਤਿਹਾਸ ਹੈ। ਉੱਥੇ ਦੇ ਸਿੱਖਾਂ ਨੇ ਅਫਗਾਨਿਸਤਾਨ ਦੀ ਜਿਹੜੀ ਆਰਥਿਕ ਤਰੱਕੀ ਹੈ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇੱਕ ਟਾਈਮ ਸੀਗਾ ਕਿ ਸਿੱਖਾਂ ਦੀ ਉੱਥੇ ਆਬਾਦੀ ਜਿਹੜੀ ਸੀਗੀ 4-5 ਲੱਖ ਦੀ ਸੀਗੀ, ਔਰ ਉਹ ਆਬਾਦੀ ਜਿਹੜੀ ਸੀਗੀ ਉਹ ਅਫਗਾਨਿਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾ ਰਹੀ ਸੀਗੀ। ਕਹਿਣ ਤੋਂ ਭਾਵ ਅਸੀਂ ਸਿੱਖਾਂ ਦੀ ਆਵਾਜ਼, ਜਿਹੜਾ ਉਹਨਾਂ ਨਾਲ ਧੱਕਾ ਹੋਇਆ ਹੈ, ਅੱਜ ਗੁਰੂ ਕੀ ਨਗਰੀ ਤੋਂ ਇਹ ਸਾਰੇ ਜਿਹੜੇ ਗੁਰੂ ਕੇ ਲਾਲ ਬੈਠੇ ਨੇ, ਮੇਰੇ ਨਾਲ ਭਾਈ ਦਿਲਬਾਗ ਸਿੰਘ ਜੀ ਕੇ ਜੱਥਾ ਸਿਰਲਤ ਤੋਂ, 50 ਪਿਆਰਿਆਂ ਤੋਂ ਭਾਈ ਸਤਨਾਮ ਸਿੰਘ ਜੀ ਖੰਡਾ, ਭਾਈ ਸਤਨਾਮ ਸਿੰਘ ਜੀ ਝੰਜੀਆਂ, ਉਹ ਜਨਰਲ ਸ਼ਬੇਕ ਸਿੰਘ ਜਿਨ੍ਹਾਂ ਨੇ ਕਿ 1984 ਦੇ ਵਿੱਚ ਜੰਗ ਲੜੀ ਸੀਗੀ, ਉਹਨਾਂ ਦੇ ਭਰਾਤਾ ਜੀ ਸਾਡੇ ਨਾਲ ਇੱਥੇ ਖੜੇ ਨੇ। ਨਾਲ ਦੇ ਨਾਲ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਜੀ ਮੁੱਛਲ, ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਸਾਡੇ ਖੜੇ ਨੇ ਨਾਲ। ਇਹ ਸਾਰੇ ਜਿਹੜੇ ਨੇ ਅੱਜ ਇੱਕ ਆਵਾਜ਼ ਅਫਗਾਨਿਸਤਾਨ ਦੀ ਐਮਬੈਸੀ ਤੱਕ ਪਹੁੰਚਾ ਰਹੇ ਹਾਂ। ਅਸੀਂ ਚਿੱਠੀ ਵੀ ਲਿਖਾਂਗੇ, ਇਹ ਸਾਰੀਆਂ ਫੋਟੋਆਂ ਵੀ ਭੇਜਾਂਗੇ, ਉਹਨਾਂ ਨੂੰ ਦੱਸਾਂਗੇ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਕਿੰਨਾ ਰੋਸ਼ ਹੈ। ਹਾਂਜੀ ਬਾਬਾ ਜੀ, ਆਪਣਾ ਨਾਮ ਦੱਸ ਕੇ ਅੱਜ ਜਿਹੜਾ ਇੱਥੇ ਆਏ ਤੁਸੀਂ ਕੀ ਕਰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮੁੱਖ ਸੇਵਾਦਾਰ ਜਥਾ ਸਿਰਲਤ ਖਾਲਸਾ ਤੋਂ ਭਾਈ ਬਲਬੀਰ ਸਿੰਘ ਜੀ ਸਤਿਕਾਰ ਕਮੇਟੀ ਦਾ ਮੁੱਛਲ ਜੀ, ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਹਵਾਰਾ ਕਮੇਟੀ ਤੋਂ, ਨਿਹੰਗ ਜਥੇਬੰਦੀਆਂ, ਪੰਜ ਪਿਆਰੇ ਸਹਿਬਾਨ, ਸਾਰਿਆਂ ਦਾ ਜੀ ਆਇਆਂ ਆਖਦੇ ਕਿਉਂਕਿ ਇਹ ਗੁਰੂ ਸਾਹਿਬ ਦਾ ਜਿਹੜਾ ਇੱਕ ਵੱਖਰਾ ਜਿਹੜਾ ਇਹ ਕੰਮ ਜਿਹੜਾ ਸਾਡੇ ਨਾਲ ਕੀਤਾ ਗਿਆ, ਉਹਦੇ ਕਰਕੇ ਜਿਹੜਾ ਦਰਦ ਸਾਨੂੰ ਜਿਹੜੀ ਇੱਥੇ ਸੱਟ ਵੱਜੀ ਹੈ ਦਿਲ ਦੇ ਵਿੱਚ, ਉਹਦੇ ਕਰਕੇ ਆ ਗਏ। ਅੱਜ ਹੋਰ ਤਾਂ ਕੁਝ ਅਸੀਂ ਕਰ ਨਹੀਂ ਸਕਦੇ, ਤੇ ਇੱਕ ਰੋਸ ਮਾਰਚ ਇੱਥੇ ਆ ਕੇ ਅਸੀਂ ਸਾਰੀਆਂ ਜਥੇਬੰਦੀਆਂ ਕਰ ਰਹੀਆਂ, ਕਿਉਂਕਿ ਜੇ ਤਾਂ ਉਹ ਦੁਸ਼ਮਣ ਸਾਡੇ ਸਾਹਮਣੇ ਹੁੰਦਾ ਤਾਂ ਵਿੱਚ ਦੀ ਲੰਘ ਜਾਂਦੇ ਅਸੀਂ 2 ਫਾੜ ਕਰਕੇ,
ਪਰ ਕੋਈ ਸਾਡਾ ਇੱਥੇ ਕੋਈ ਹੀਲਾ ਨਹੀਂ ਚੱਲਣ ਡਿਆ ਤੇ ਇੱਕ ਵਿਚਾਰਾਂ ਵਾਂਗੂ ਅਸੀਂ ਖੜ ਕੇ ਤੇ ਅਸੀਂ ਇੱਕ ਫੋਟੋਆਂ ਖਿਚਾ ਕੇ ਤੇ ਅਸੀਂ ਘਰਾਂ ਨੂੰ ਚਲ ਜਾਣਾ। ਕੋਈ ਸਾਡੇ 'ਚ ਉਹ ਜਿਹੜਾ ਵਾ ਉਹ ਦਿਲ ਦੇ ਵਿੱਚ ਉਹ ਦਰਦ ਜਿਹੜਾ ਵਾ ਉਹ ਕੰਮ ਨਹੀਂ ਹੋਣਾ। ਅਫਗਾਨਿਸਤਾਨ ਦੇ ਵਿੱਚ ਜਿਹੜਾ ਵੀ ਘਟਨਾ ਹੋਈ ਉਹ ਬੜੀ ਨਿੰਦਣਯੋਗ ਆ, ਪਰ ਇੱਕ ਉੱਥੋਂ ਦੀ ਗੱਲ ਨਹੀਂ, ਗੱਲ ਇੱਕ ਉੱਥੋਂ ਦੀ ਨਹੀਂ, ਇਹ ਪਾਕਿਸਤਾਨ ਦੇ ਵਿੱਚ ਵੀ ਹੋ ਚੁੱਕਾ, ਇਹ ਬੜੇ ਹੋਰ ਦੇਸ਼ਾਂ ਦੇ ਵਿੱਚ ਹੋ ਚੁੱਕਾ ਅੱਗੇ ਵੀ। ਇਹ ਹੋਰ ਦੂਜੇ ਦੇਸ਼ਾਂ ਦੀ ਤਾਂ ਗੱਲ ਹੀ ਵੱਖਰੀ, ਇਹ ਸਾਡਾ ਆਪਣਾ ਇੰਡੀਆ ਦੇਸ਼ ਦੇ ਵਿੱਚ ਪਤਾ ਹੀ ਨਹੀਂ ਕਿੰਨੀ ਜਗ੍ਹਾ ਹੋ ਚੁੱਕਾ ਏ। ਅਸੀਂ ਜਿਹੜੀ ਕੌਮ ਸਿੱਖ ਕੌਮ ਆ, ਅੱਜ ਤੱਕ ਜਿੱਥੇ ਵੀ ਮੈਸੇਜ ਦਿੱਤਾ ਅਸੀਂ ਸਾਂਝਾ ਦਿੱਤਾ। ਅਸੀਂ ਕਿਸੇ ਵੀ ਕੌਮ ਤੇ ਭੀੜ ਆਈ ਤੇ ਅਸੀਂ ਲੰਗਰ ਲਾਏ, ਉੱਥੇ ਜਾ ਕੇ ਅਸੀਂ ਲੀੜਾ ਲੱਤਾ, ਅਸੀਂ ਹਰ ਜਗ੍ਹਾ ਉਹਦੀ ਰੱਖਿਆ ਕੀਤੀ। ਪਰ ਜਦੋਂ ਸਾਡਾ ਟਾਈਮ ਆਉਂਦਾ ਵਾ, ਅੱਜ ਵੀ ਕੋਈ ਵੀ ਕੌਮ ਸਾਡੇ ਨਾਲ ਨਹੀਂ ਖੜਦੀ। ਜੇ ਇੱਥੇ ਕਿਸੇ ਵੀ ਕੌਮ ਤੇ ਭੀੜ ਪਵੇ ਜਾਂ ਕਿਸੇ ਹਿੰਦੂ ਵੀਰ ਤੇ ਪਵੇ ਜਾਂ ਕਿਸੇ ਮੁਸਲਮਾਨ ਵੀਰ ਤੇ ਪਵੇ ਤੇ ਅਸੀਂ ਉਹਨਾਂ ਦੇ ਨਾਲ ਅੱਗੇ ਹੋ ਕੇ ਜਿਹੜਾ ਵਾ ਇਹ ਉਪਰਾਲਾ ਕਰਦੇ ਆ ਕਿ ਨਹੀਂ, ਸਾਰੇ ਧਰਮ ਸਤਿਕਾਰਯੋਗ ਆ। ਪਰ ਜਦੋਂ ਗੱਲ ਸਿੱਖ ਕੌਮ ਦੀ ਆਉਂਦੀ ਆ, ਉਦੋਂ ਕੋਈ ਵੀ ਜਿਹੜੀ ਆ ਕੌਮ ਸਾਡੇ ਨਾਲ ਅੱਗੇ ਹੋ ਕੇ ਜਿਹੜਾ ਇਹ ਉਪਰਾਲਾ ਨਹੀਂ ਕਰਦੀ। ਇਸ ਕਰਕੇ ਦਿਲ ਦੇ ਵਿੱਚ ਦਰਦ ਵੀ ਆ ਕਿ ਸਿੱਖ ਕੌਮ ਨਾਲ ਇੱਕ ਵੱਖਰਾ ਹੀ ਜਿਹੜਾ ਵਰਤੀਆ ਕਿਉਂ ਕੀਤਾ ਜਾਂਦਾ। ਬਾਕੀ ਗੱਲ ਸਰਕਾਰਾਂ ਦੀ ਜਾਂ ਉੱਥੋਂ ਦੀ, ਇਹ ਜਿਹੜੇ ਕੰਮ ਜਿੰਨੇ ਵੀ ਹੋ ਰਹੇ ਆ, ਇਹ ਸਾਡੇ ਭਾਈਚਾਰਾ ਜਿਹੜਾ ਮੁਸਲਮਾਨਾਂ ਨਾਲ ਭਾਈਚਾਰਾ ਸਾਡਾ ਬਹੁਤ ਵਧੀਆ ਚੱਲਣ ਡਿਆ, ਉਹਨੂੰ ਖਰਾਬ ਕਰਨ ਵਾਸਤੇ ਜਿਹੜੀਆਂ ਟੈਕਨੀਕਾਂ ਖੁਫੀਆ ਜਿਹੜੀਆਂ ਏਜੰਸੀਆਂ ਉਹ ਹਰ ਦੇਸ਼ਾਂ ਦੇ ਵਿੱਚ ਨੇ। ਇਹ ਕੋਈ ਅੱਤਵਾਦੀ ਨਹੀਂ। ਜੇ ਉੱਥੇ ਰੱਖਿਆ ਕਰਦਾ ਇੱਕ ਮੁਸਲਮਾਨ ਵੀਰ ਸ਼ਹੀਦ ਹੋਇਆ ਤੇ ਉਹ ਵੀ ਮੁਸਲਮਾਨ ਸੀ ਜਿਹੜਾ ਸ਼ਹੀਦ ਹੋਇਆ ਉੱਥੇ। ਪਰ ਗੱਲ ਇੱਕ ਮੈਂ ਕਰਦਾ ਵੀ ਇਹ ਖੁਫੀਆ ਏਜੰਸੀ ਜਿਹੜੀ ਸਾਡੀ ਇੰਡੀਆ ਦੀ ਜਿਹੜੀ ਆ ਨਾ, ਇਹ ਸਾਰੀਆਂ ਹਰਕਤਾਂ ਜਿਹੜੀਆਂ ਵਾ ਇਹ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਸਾਡੀ ਛਵੀ ਖਰਾਬ ਕਰਨ ਵਾਸਤੇ ਕਰ ਰਹੀਆਂ। ਕਿਉਂਕਿ ਸਿੱਖ ਕੌਮ ਨਾਲ ਜਿਹੜੇ ਸਾਰੀਆਂ ਜਿੰਨੀਆਂ ਵੀ ਕੰਟਰੀਆਂ ਵਾ ਉਹ ਪਿਆਰ ਕਰਨ ਲੱਗ ਪਈਆਂ ਤੇ ਉਹ ਚੀਜ਼ਾਂ ਇਹਨਾਂ ਨੂੰ ਹਜਮ ਨਹੀਂ ਹੁੰਦੀਆਂ। ਲੱਗਦਾ ਨਹੀਂ ਆਏ ਦਿਨ ਹੀ ਪਾਕਿਸਤਾਨ 'ਚ ਹਮਲੇ ਹੁੰਦੇ ਸਿੱਖਾਂ ਦੇ ਹੀ ਹੁੰਦੇ ਆ, ਕਿਉਂ? ਬਿਲਕੁਲ ਜੀ, ਹੁਣ ਪਾਕਿਸਤਾਨ ਦੇ ਵਿੱਚ ਹੀ ਕਿਉਂ ਹੁੰਦੇ ਆ? ਕਿਉਂਕਿ ਉੱਥੇ ਸ਼ਰਾਰਤੀ ਬੰਦੇ ਜਿੱਦਾਂ ਇੱਥੇ ਆ, ਕੋਈ ਸ਼ਰਾਰਤੀ ਬੰਦੇ ਉੱਥੋਂ ਪਾਕਿਸਤਾਨ ਦੇ ਸ਼ਰਾਰਤੀ ਬੰਦੇ ਇੱਥੇ ਵੀ ਹੈਗੇ ਜਿਹੜੇ ਉਹਨਾਂ ਦੀਆਂ ਖੁਫੀਆ ਏਜੰਸੀਆਂ ਕੰਮ ਕਰਦੀਆਂ। ਇੱਥੋਂ ਦੇ ਇੰਡੀਆ ਵੀ ਹੈਗੇ ਆ, ਇੰਡੀਆ ਦੇ ਉੱਥੇ ਹੈਗੇ ਪਾਕਿਸਤਾਨ। ਇਹ ਸਾਰੇ ਸਾਡਾ ਭਾਈਚਾਰਾ ਖਰਾਬ ਕਰਨ ਵਾਸਤੇ ਇਹ ਸਾਰੀਆਂ ਜਿਹੜੀਆਂ ਹਰਕਤਾਂ ਇਹ ਸ਼ਰਾਰਤਾਂ ਕੀਤੀਆਂ ਜਾ ਰਹੀਆਂ। ਕਿਉਂ? ਕਿਉਂਕਿ ਜਦੋਂ ਵੇਖੋ ਕੋਈ ਵੀ ਕੌਮ ਸਾਡੀ ਜਾਂ ਸਿੱਖ ਕੌਮ ਕੋਈ ਕੰਮ ਕਰਦੀ ਆ ਜਾਂ ਕੋਈ ਲੰਗਰਾਂ ਦਾ ਕਰਦੀ ਆ ਜਾਂ ਕੋਈ ਵੀ ਕੰਮ ਕਰਦੀ ਆ ਤੇ ਤੁਸੀਂ ਆਮ ਹੀ ਵੇਖਿਆ ਹੋਣਾ ਸੋਸ਼ਲ ਮੀਡੀਆ ਦੇ ਮੁਸਲਮਾਨ ਵੀਰ ਸਾਡੀ ਸਿਫਤ ਕਰਕੇ ਜਾਂ ਉੱਥੋਂ ਦੀਆਂ ਭੈਣਾਂ ਸਾਡੀ ਸਿਫਤ ਕਰਕੇ ਵੇਖੋ ਕਿੰਨੀ ਵੀਡੀਓ, ਕਿੰਨੀ ਜਿਹੜੇ ਸਾਡੇ ਹੱਕ ਦੇ ਵਿੱਚ ਬੋਲਦੇ। ਇਹੋ ਚੀਜ਼ਾਂ ਜਿਹੜੀਆਂ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੁੰਦੀਆਂ। ਪਰ ਅਸੀਂ ਅੱਜ ਵੀ ਕਿਸੇ ਵੀ ਧਰਮ ਦੇ ਖਿਲਾਫ ਨਹੀਂ, ਸਾਡੇ ਵਾਸਤੇ ਸਾਰੇ ਧਰਮ ਸਤਿਕਾਰਯੋਗ ਆ, ਦਿਲੋਂ ਪਿਆਰ ਅਸੀਂ ਸਾਰੇ ਧਰਮਾਂ ਨਾਲ ਕਰਦੇ ਆ। ਪਰ ਆਪਣੇ ਧਰਮ ਨੂੰ ਅਸੀਂ ਮੰਨਦੇ ਹਾਂ। ਅਸੀਂ ਇਹ ਵੀ ਕਹਿੰਦੇ ਆ ਵੀ ਜਿਹੜਾ ਵੀ ਧਰਮ ਆ ਉਹ ਆਪਣੀ ਜਗ੍ਹਾ ਕਾਇਮ ਰਹਿਣਾ ਚਾਹੀਦਾ ਵਾ। ਅਸੀਂ ਕਿਸੇ ਵੀ ਧਰਮ ਦੇ, ਕਿਉਂਕਿ ਖਾਲਸਾ ਰਾਜ ਦੇ ਵਿੱਚ ਵੀ ਹਰ ਧਰਮ ਨੂੰ ਜਿਹੜਾ ਵਾ ਬਰਾਬਰ ਦੀ ਜਿਹੜੀ ਅਹਿਮੀਅਤ ਦਿੱਤੀ ਗਈ। ਇਹ ਜਿਹੜਾ ਵਾ ਅਸੀਂ ਤੇ ਰਾਜ ਆਪਣਾ ਕਰ ਚੁੱਕੇ ਆ, ਸਾਨੂੰ ਪਤਾ ਵਾ ਰਾਜ ਦੇ ਵਿੱਚ ਕੀ ਦਿੱਤਾ ਜਾਂਦਾ ਤੇ ਕੀ ਕੀਤਾ ਜਾਂਦਾ। ਪਰ ਜਿਹੜੀ ਇਹ ਕੌਮਾਂ ਵਾ ਜਿਹੜੀਆਂ ਅੱਜ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਜਾਂ ਕੋਈ ਇਹਨਾਂ ਕੋਈ ਰਾਜ ਨਹੀਂ ਕੀਤਾ ਅਜੇ ਤੱਕ, ਤੇ ਜੇ ਕਰ ਵੀ ਰਹੇ ਆ ਤਾਂ ਹੁਣ ਇਹ ਗੱਲ ਕਰ ਰਹੇ ਆ ਕਿ ਸਾਨੂੰ ਹਿੰਦੂ ਰਾਸ਼ਟਰ ਚਾਹੀਦਾ, ਹਿੰਦੂ ਰਾਸ਼ਟਰ ਦੇ ਸਿਰਫ ਇਕੱਲਾ ਹਿੰਦੂ ਚਾਹੀਦਾ। ਵੇਖੋ ਅਸੀਂ ਕਿੱਥੇ ਜਾਈਏ? ਜੇ ਹਿੰਦੂ ਚਾਹੀਦਾ, ਅਸੀਂ ਤਾਂ ਨਹੀਂ ਨਾ ਕਿਹਾ ਕਦੀ ਵੀ ਖਾਲਿਸਤਾਨ ਚਾਹੀਦਾ ਵਾ ਤਾਂ ਉਹਦੇ ਵਿੱਚ ਹਿੰਦੂ ਨਹੀਂ ਚਾਹੀਦਾ। ਸਾਨੂੰ ਖਾਲਿਸਤਾਨ ਚਾਹੀਦਾ, ਸਾਨੂੰ ਮੁਸਲਮਾਨ ਨਹੀਂ ਚਾਹੀਦਾ। ਸਾਨੂੰ ਖਾਲਿਸਤਾਨ ਚਾਹੀਦਾ ਤਾਂ ਸਾਨੂੰ ਈਸਾਈ ਨਹੀਂ ਚਾਹੀਦਾ। ਸਾਨੂੰ ਸਾਰੀਆਂ ਕੌਮਾਂ ਚਾਹੀਦੀਆਂ। ਅਸੀਂ ਸਭ ਵਾਸਤੇ ਜਿਹੜਾ ਬਰਾਬਰ ਲੜਦੇ ਆ। ਇਹ ਬੜਾ ਤਗੜਾ ਇੱਕ ਵਹਿਮ ਜਿਹੜਾ ਵਾ ਪਾਲਿਆ ਜਾ ਰਿਹਾ ਕਿ ਜਿਹੜਾ ਖਾਲਸਾ ਰਾਜ ਦੀ ਗੱਲ ਜਾਂ ਖਾਲਿਸਤਾਨ ਦੀ ਗੱਲ ਕਰਦੇ ਆ ਕਿ ਇਹ ਖਰੇ ਸਿੱਖਾਂ ਨੇ ਵੱਖਰਾ ਬਣਾ ਲੈਣਾ। ਨਹੀਂ, ਅਸੀਂ ਸਾਰੀਆਂ ਧਰਮਾਂ ਦਾ ਸਤਿਕਾਰ ਕਰਦੇ ਆ, ਸਾਰੇ ਧਰਮ ਅਸੀਂ ਬਰਾਬਰ ਰੱਖਾਂਗੇ। ਸਾਰੇ ਜਿੰਨੇ ਵੀ ਕੋਈ ਹਿੰਦੂ, ਮੁਸਲਮ, ਸਿੱਖ, ਈਸਾਈ, ਅਸੀਂ ਭਰਾਵਾਂ ਵਾਂਗੂ ਰਹਿੰਦੇ ਆ ਤਾਂ ਭਰਾਵਾਂ ਵਾਂਗੂ ਰਵਾਂਗੇ। ਨਹੀਂ ਮੰਗ ਪੂਰੀ ਹੁੰਦੀ ਫਿਰ ਅਗਲੇ ਤੁਹਾਡਾ ਕੀ ਚਾਪਾ ਹੈ? ਹੁਣ ਜੇ ਨਹੀਂ ਮੰਗ ਪੂਰੀ ਹੁੰਦੀ ਅਸੀਂ ਕਰ ਵੀ ਕੀ ਸਕਦੇ? ਤੁਹਾਨੂੰ ਇਹੋ ਤਾਂ ਮੈਂ ਗੱਲ ਆਖਣ ਡਿਆ ਭਾਈ ਸਾਹਿਬ ਕਿ ਇੱਥੋਂ ਅਸੀਂ ਗੱਲ ਦੁਸ਼ਮਣ ਸਾਹਮਣੇ ਹੋਵੇ ਤਾਂ ਪਾੜ ਕੇ ਵੇਚਦੀ ਲੰਘ ਜੀਏ। ਗੱਲ ਤਾਂ ਇਹੋ ਹੀ ਆ ਵੀ ਦੁਸ਼ਮਣ ਸਾਡੇ ਸਾਹਮਣੇ ਨਹੀਂ ਤੇ ਅਸੀਂ ਹੁਣ ਹਵਾ ਦੇ ਵਿੱਚ ਤੀਰ ਕਿੱਥੇ ਮਾਰ ਦਈਏ? ਦੁਸ਼ਮਣ ਸਾਹਮਣੇ ਆ ਕੇ ਲਲਕਾਰ ਕੇ ਇੰਨੀ ਗੱਲ ਕਹਦੇ ਕਿ ਮੈਂ ਕੀਤਾ, ਜੇ ਪਾੜ ਕੇ ਵੇਚਦੀ ਨਾ ਲੰਘ ਜੀਏ ਤੇ ਲੱਖ ਲਾਣ ਤਾਂ ਸਾਡੀ ਕੌਮ ਤੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਮੇਰਾ ਨਾਮ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ ਤੇ ਇੱਧਰ ਭਾਈ ਸਾਹਿਬ ਖੜੇ ਨੇ।
ਅਸੀਂ ਇਹ ਸਾਨੂੰ ਇਹ ਸ਼ੰਕਾ ਹੈ ਕਿ ਜਿਹੜਾ ਭਾਰਤ ਸਰਕਾਰ ਵੱਲੋਂ ਇੱਕ ਮੰਤਰੀ ਜਿਹੜੀ ਆ ਉਹ ਕੋਈ ਪ੍ਰਧਾਨ ਉੱਥੋਂ ਦੇ ਹਜ਼ਰਤ ਮੁਹੰਮਦ ਦੇ ਖਿਲਾਫ ਬੋਲਦੀ ਹੈ ਤੇ ਅਟੈਕ ਸਿੱਖਾਂ ਤੇ ਹੁੰਦਾ, ਸਾਨੂੰ ਜਾਗਦਾ ਕਿਤੇ ਇਸ ਸਰਕਾਰ ਦਾ ਵੀ ਕੋਈ ਨਾ ਕੋਈ ਵਿੱਚ ਜ਼ਰੂਰ ਹੱਲ ਹੋਏਗਾ। ਇਹਨਾਂ ਦਾ ਵੀ ਕੁਝ ਮਤਲਬ ਜ਼ਰੂਰ ਕੀਤਾ ਹੋਏਗਾ, ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਜਿਹੜੇ ਨੇ ਉਹ ਮੁਸਲਮਾਨਾਂ ਦੇ ਰਹਿਬਰ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਵੀ ਉਹਨਾਂ ਬਾਰੇ ਕੋਈ ਮਾੜੀ ਗੱਲ ਨਹੀਂ ਲਿਖੀ। ਉਹਨਾਂ ਦਾ ਸਗੋਂ ਗੁਰੂ ਸਾਹਿਬ ਜੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਭਗਤਾਂ ਦੀ, ਬਾਬਾ ਫਰੀਦ ਜੀ ਦੀ ਬਾਣੀ ਮੁਸਲਮਾਨ ਦੀ ਬਾਣੀ ਹੈ। ਪਰ ਸਾਨੂੰ ਲੱਗਦਾ ਹੈ ਵੀ ਜ਼ਰੂਰ ਕਿਤੇ ਨਾ ਕਿਤੇ ਬੀਜੇਪੀ ਵਾਲਾ ਬੋਲਣ ਤੇ ਅਟੈਕ ਸਾਡੇ ਤੇ ਹੋਵੇ, ਇਹਦੇ ਵਿੱਚ ਸਾਨੂੰ ਲੱਗਦਾ ਸ਼ੱਕ ਹੈ ਵੀ ਸਾਨੂੰ ਵੀ ਇਹਨਾਂ ਦੀ ਜ਼ਰੂਰ ਕੋਈ ਨਾ ਕੋਈ ਵਿੱਚ ਹੱਥ ਹੋਏਗਾ।